ਬੇਅਦਬੀਆਂ ਦੇ ਮਾਮਲੇ 'ਚ ਸਿਆਸਤ ਕਰਨਗੇ, ਉਹਨਾਂ ਦਾ ਕੱਖ ਨਾ ਰਹੇ। ਤੇ ਪ੍ਰਮਾਤਮਾ, ਮੈਂ ਇੰਨਾ ਦੱਸ ਦੇਣਾ, ਉਹਨਾਂ ਸਾਰਿਆਂ ਦਾ ਕੱਖ ਨਹੀਂ ਰਹਿਣਾ। ਸਰਕਾਰ ਦਾ ਮਤਲਬ ਹੈ ਇਨਵੈਸਟੀਗੇਸ਼ਨ ਕਰਨਾ, ਮਤਲਬ ਉਹਦਾ DNA ਟੈਸਟ ਕਰਨਾ, DNA ਲੈ ਕੇ ਮੈਚ ਕਰਨ, ਕਿੱਥੋਂ ਆਏ ਆ, ਕਿੱਥੋਂ ਆਏ। ਅੱਜ ਕੱਲ੍ਹ ਆਧਾਰ ਕਾਰਡ ਦੇ ਰਾਹੀਂ ਤੁਹਾਨੂੰ DNA ਰਾਹੀਂ ਤੁਸੀਂ ਹਰ ਬੰਦੇ ਦਾ ਪਤਾ ਕਰਾ ਸਕਦੇ ਹੋ, ਪਰ ਨਹੀਂ, ਉਹਨਾਂ ਨੇ ਕੀਤਾ 2 ਦਿਨਾਂ ਦੇ ਅੰਦਰ ਸੰਸਕਾਰ ਕਰਤਾ। ਤੇ ਬਿਆਨ ਕੀ ਆਇਆ ਕਮਿਸ਼ਨਰ ਦਾ ਕਿ ਅਸੀਂ ਇਸ਼ਤਿਹਾਰ 'ਚ ਕੱਢਿਆ ਸੀ, 4 ਦਿਨਾਂ ਦੇ ਅੰਦਰ ਕਹਿੰਦੇ ਇਸ਼ਤਿਹਾਰ ਵੀ ਕੱਢਤਾ ਤੇ ਉਹਦਾ ਸੰਸਕਾਰ ਵੀ ਕਰਤਾ ਕਿ ਸਾਰਾ ਸਬੂਤ ਬਣ। ਅਸੀਂ ਤਾਂ ਲੜਨਾ ਹੀ ਲੜਨਾ ਹੈ, ਭਾਵੇਂ ਸਿਰ ਵੱਢਿਆ ਜਾਏ, ਇਸ ਤੇ ਇਹਨਾਂ ਨਾਲ ਲੜਾਂਗੇ। ਕਿਸੇ ਹਾਲਤ ਸ਼੍ਰੋਮਣੀ ਅਕਾਲੀ ਦਲ ਨਹੀਂ ਪਿੱਛੇ ਹਟੇਗੀ। ਅਸੀਂ ਤਾਂ ਦੋਸ਼ੀਆਂ ਨੂੰ, ਜਿਹੜੇ ਪੰਥ ਦੇ ਦੁਸ਼ਮਣਾਂ ਨੂੰ ਦੇ ਖਿਲਾਫ ਲੜਾਈ ਅਸੀਂ ਤਾਂ ਲੜਦੇ ਰਵਾਂਗੇ, ਅਖੀਰਲੇ ਦਮ ਤੱਕ ਲੜਦੇ ਰਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਸਾਰਾ ਪੰਥ ਇਕੱਠਾ ਹੋਇਆ। ਇੱਕ ਬਹੁਤ ਵੱਡਾ ਰੋਸ ਸਿੱਖ ਪੰਥ 'ਚ ਹੈ। ਥੋੜੇ ਦਿਨ ਪਹਿਲੇ ਇੱਕ ਦੁਸ਼ਟ ਇਨਸਾਨ ਨੇ ਦਰਬਾਰ ਸਾਹਿਬ 'ਚ ਆ ਕੇ ਇਹ ਜੀ ਗੱਲ ਕੀਤੀ ਜੋ ਕੋਈ ਕੌਮ ਦਾ ਕੋਈ ਬੱਚਾ ਵੀ ਨਹੀਂ ਬਰਦਾਸ਼ਤ ਕਰ ਸਕਦਾ। ਮੈਂ ਪੁਰਾਣੇ ਇਤਿਹਾਸ ਜਾਣਾ ਚਾਹੁੰਦਾ ਤੇ ਫਿਰ ਮੈਂ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ। ਜੇ ਤੁਸੀਂ ਸਾਰੇ ਧਰਮ ਦੇਖੋ, ਸਭ ਤੋਂ ਛੋਟਾ ਧਰਮ ਆਪਣਾ ਹੈ। ਜੇ ਆਬਾਦੀ ਦੇ ਹਿਸਾਬ ਨਾਲ ਦੁਨੀਆ 'ਚ ਦੇਖੀਏ, ਸਭ ਤੋਂ ਨਵਾਂ ਧਰਮ ਹੈ। ਪਰ ਸਭ ਤੋਂ ਮਿਹਨਤੀ ਧਰਮ ਹੈ। ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦੱਸਿਆ ਹੈ। ਮਤਲਬ ਕਿ ਕੋਈ ਵੀ ਧਰਮ ਤਾਂ ਵਧੇਗਾ ਜੇ ਉਹਦੇ ਕੋਲੇ ਸਿਆਸੀ ਤਾਕਤ ਹੋਏ। 100 ਸਾਲ ਪਹਿਲੇ ਹਾਲਾਤ ਕੀ ਸੀ ਪੂਰੇ ਦੇਸ਼ ਵਿੱਚ? ਆਪਣੇ ਗੁਰੂ ਘਰਾਂ ਦੇ ਵਿੱਚ ਮਹੰਤਾਂ ਦਾ ਕਬਜ਼ਾ ਸੀ। ਇਹ ਜਿਹੇ ਕੰਮ, ਇਹ ਜਿਹੀਆਂ ਬੇਅਦਬੀਆਂ ਕਰਦੇ ਸੀ, ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਆਪਣੇ ਬਜ਼ੁਰਗਾਂ ਨੇ, ਜਥੇਦਾਰਾਂ ਨੇ, ਲੀਡਰਸ਼ਿਪ ਨੇ ਉਦੋਂ ਇਕੱਠੇ ਹੋ ਕੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਕਮੇਟੀ ਰਾਹੀਂ, ਜਿਸ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਇਮੀਡੀਏਟਲੀ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ। ਸੋ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣਾ ਆਪਣੇ ਬਜ਼ੁਰਗਾਂ ਨੇ ਬਣਾਇਆ। ਕਿਉਂ ਬਣਾਇਆ? ਸ਼੍ਰੋਮਣੀ ਅਕਾਲੀ ਦਲ ਆਪਣੀ ਕੌਮ ਦੀ ਫੌਜ ਹੈ। ਸ਼੍ਰੋਮਣੀ ਅਕਾਲੀ ਦਲ ਕੌਮ ਦੀ ਫੌਜ ਹੈ। ਜਿੱਥੇ ਕੋਈ ਸੰਕਟ ਆਉਂਦਾ ਹੈ, ਸੰਘਰਸ਼ ਕਰਨਾ ਪੈਂਦਾ ਹੈ, ਸ਼੍ਰੋਮਣੀ ਅਕਾਲੀ ਦਲ ਅੱਗੇ ਕਰਦਾ ਹੈ। ਆਪਣਾ ਕੱਲਾ ਧਰਮ ਹੈ ਜਿਹੜਾ ਦੇਸ਼ ਦੇ ਕੌਨਸਟੀਟਿਊਸ਼ਨ ਥੱਲੇ ਐਕਟ ਬਣਾ ਕੇ ਸਾਰੇ ਗੁਰੂ ਘਰਾਂ ਦੀ ਦੇਖ ਰੇਖ, ਸੇਵਾ ਸੰਭਾਲ ਕੌਨਸਟੀਟਿਊਸ਼ਨ ਥੱਲੇ ਹੈ, ਐਕਟ ਬਣਾਇਆ ਹੈ। ਇਲੈਕਸ਼ਨ ਹੁੰਦਾ ਹੈ, 5 ਸਾਲ ਬਾਅਦ ਇਲੈਕਸ਼ਨ ਹੁੰਦਾ ਹੈ। ਇਲੈਕਸ਼ਨ ਕੋਈ ਅਸੀਂ ਨਹੀਂ ਕਰਾਉਂਦੇ, ਅਕਾਲੀ ਦਲ ਨਹੀਂ ਕਰਾਉਂਦਾ। ਇਲੈਕਸ਼ਨ ਸਰਕਾਰ ਦੇ ਕਾਨੂੰਨ ਥੱਲੇ ਹੁੰਦਾ ਹੈ, ਸਰਕਾਰ ਕਰਾਉਂਦੀ ਹੈ। ਸਾਰੀ ਸਿੱਖ ਸੰਗਤ ਉਹਦੇ ਤੇ ਵੋਟਾਂ ਪਾਉਂਦੀ ਹੈ, ਲੋਕੀ ਆਪਣੇ ਨੁਮਾਇੰਦੇ ਖੜੇ ਕਰਦੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਵੀ ਇਲੈਕਸ਼ਨ ਹੋਇਆ 100 ਸਾਲ ਲਗਾਤਾਰ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਿੱਖ ਸੰਗਤ ਨੇ ਮਾਨਤਾ ਦਿੱਤੀ ਤੇ ਜ਼ਿੰਮੇਵਾਰੀ ਦਿੱਤੀ। ਕਈ ਤਾਕਤਾਂ ਜਿਹੜੀਆਂ ਘੁਸਪੈਠ ਕਰਨਾ ਚਾਹੁੰਦੀਆਂ, ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ, ਉਹਨਾਂ ਨੇ ਇਹਨਾਂ ਇਲੈਕਸ਼ਨਾਂ 'ਚ ਹਿੱਸਾ ਲਿੱਤਾ। ਕਿਉਂਕਿ ਉਹਨਾਂ ਨੂੰ ਪਤਾ ਸੀ, ਏਜੰਸੀਆਂ ਨੂੰ ਪਤਾ ਸੀ, ਬੜੀਆਂ ਤਾਕਤਾਂ ਚਾਹੁੰਦੀਆਂ ਕਿ ਇਹ ਕੌਮ ਨੂੰ ਤਾਕਤ ਹੀ, ਸਿੱਖ ਪੰਥ ਨੂੰ ਕੌਮ ਗੁਰੂ ਘਰ ਤੋਂ ਮਿਲਦੀ ਹੈ ਤਾਕਤ। ਤੇ ਇਸ ਕਰਕੇ
ਉਹਨਾਂ ਦੀ ਤਾਕਤ ਕੀ ਤਾਕਤ ਕਮਜ਼ੋਰ ਤਾਂ ਹੋਊਗੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਵੇਂ ਨਾ ਕਿਵੇਂ ਕੰਟਰੋਲ ਕੀਤਾ ਜਾਏ। ਪਰ ਹਰ ਵਾਰ ਉਹਨਾਂ ਤਾਕਤਾਂ ਨੂੰ ਨਕਾਰ ਦਿੱਤਾ ਜਾਂਦਾ ਹੈ ਜਿਹੜੇ ਅੱਜ ਆਪਣੇ ਆਪ ਨੂੰ ਪਹਿਰਾਵਾ ਪੰਥਕ ਦਿਖਾਉਂਦੇ ਆ ਪਰ ਸੋਚ ਐਂਟੀ ਪੰਥਕ ਹੈ। ਮੈਂ ਆ ਇਤਿਹਾਸ ਕਿਉਂ ਦੱਸ ਰਿਹਾ? ਕਿਉਂਕਿ ਆ ਤਾਕਤਾਂ ਲਗਾਤਾਰ ਪੰਥ ਦੇ ਪਿੱਠ ਤੇ ਛੁਰਾ ਮਾਰਦੀਆਂ ਰਹਿੰਦੀਆਂ। ਮੈਨੂੰ ਬੜਾ ਦੁੱਖ ਹੈ, ਸਾਡੀ ਸਾਰੀ ਕੌਮ ਨੂੰ ਬੜਾ ਦੁੱਖ ਸੀ ਕਿ ਪੰਥ ਦੀ ਸਰਕਾਰ ਦੇ ਦੌਰਾਨ ਇੱਕ ਬੇਅਦਬੀ ਹੋਈ। ਅਸੀਂ ਗੁਰੂ ਘਰ ਤੋਂ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ, ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ, ਪਾਠ का पश्चाताप पाठ कराया बादल साहब ने आप, क्योंकि बेअदबी साडे राज होई सी। पर जिहड़े पंथ दोषियां ने जान के पंथ नूं कमजोर करने वास्ते पंथ दा नाम कि पंथ ने कराई है, श्रोमणी अकाली दल ने कराई है। वो लोग धरने ते बैठे, उन्हां दा नियत की सी? सियासत सी, गुरु दे दोषियां नूं फड़ना नहीं सी। उन्हां दा निशाना सी कि सियासत करके पंथ की जथेबंदी नूं कमजोर किया जाए। मैनूं याद है जो असी जांच शुरू की उदों एक हफ्ते के अंदर अंदर ही सारिया जथेबंदियां जड़ियां तुसीं जानदे हो, उन्होंने कहा नहीं थोथों नहीं कराउणी, CBI नूं दिओ। साडे हथों असी कहा असी कॉन्ट्रोवर्सी च नहीं पैना चाहते, चलो चलो CBI नूं दे दिंदे। जे असी उदों लगते तो असी सिरे ला देनी सी, क्योंकि कानून है देश का कि 2 बार एक चीज़ की 2 एजेंसियां इन्वेस्टिगेशन नहीं करा सकदियां, देश का कानून है। पर उन्हां दा निशाना कोई दोषी फड़ना नहीं सी। 4.5-5 साल हो गए, 5 साल हो गए हुण कांग्रेस दे राज ते वो एजेंसियां, वो जिहड़े जथेबंदियां जिहड़े उदों पहरावा अपना ते पर कम दोषियां दे करदे है। 5 साल हो गए, एक दोषी नहीं फड़ा गया, इंसाफ नहीं मिलिया। कोई रौला पाया उन्होंने? ते हुण जदों भी 5 साल हो गए, पहले महीने तो लैके अखीरले महीने तक इक्को ही है कि असी अकाली दल नूं बेनकाब करांगे, अकाली दल नूं ऐ नहीं कहंदे कि दोषियां नूं फड़ांगे, कल्ला अकाली दल अकाली दल अकाली दल। कमिशन इन्हां ने बिठाते जज थल्लों, कुछ कंवर विजय प्रताप वर्गियां जिहड़ा सब तो वड्डा पंथ दोषी है उहदी सिट बनाती, सारा जोर लाता। परमात्मा दे घर जो गलत करता उन्होंने भुगतना ही पैंदा है। तो होया कि हाई कोर्ट ने चिड़ा के मारिया कंवर विजय प्रताप नूं कि तुसीं कल्ली सियासत की है। रणजीत सिंह कमिशन भी कुछ नहीं, एक लफ्ज नहीं लिख सकिया, उहदी हिम्मत नहीं पई। अज तक कल्ली सियासत ते परमात्मा के चरणों सारे पंथ ने इकट्ठे होकर अरदास की सी, मैं भी की, सारे पंथ ने, कि जेड़े लोग बेअदबियां के मामले सियासत करनगे उन्हां दा कख ना रहे। ते परमात्मा मैं इन्ना दस देना उन्हां सारियां दा कख नहीं रहना। हुण कांग्रेस पार्टी गल करदी है बेअदबियां दी, कांग्रेस काली। हुण तुसीं आ देख लो, 13 सितंबर नूं आनंदपुर साहब बेअदबी हुंदी है पिछले साल, पुलिस नूं दोषी फड़ाए जाते हैं, दोषियों तो कोई पुछताछ नहीं की जाती, सीधा जेल भेज दिते जाते हैं। अज किन्ने महीने हो गए, कोई नहीं दस्सिया इन्होंने की होया। 15 दिसंबर नूं दरबार साहब के अंदर गुटका साहब नूं सरोवर फड़ के सिटिया जाता है। SGPC मुलजम फड़ती है तो SGPC पुलिस नूं टैलीफोन करती है, कमिश्नर नूं, प्रधान साहब बैठे है मैनूं दस रहे सी, पुलिस लैन नहीं आउंदी, उह दोषी नूं टैलीफोन कर करके थक गया, लैन नहीं आई। फिर SGPC के मुलाजमान ने फड़ के उन्होंने आप थाने छड्डन गए, उन्होंने छाड़न थाने भेजा, उन्होंने छड्ड के आए, अगले दिन ही उन्होंने जेल च भेजता, पुछे ही नहीं। मतलब की है? उसदे बाद दरबार साहब के अंदर
ਐਜੀ ਹਰਕਤ ਹੁੰਦੀ ਹੈ ਕੋਈ ਕੌਮ ਦਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਉਹਦੀ ਬੋਡੀ ਨੂੰ ਦਿੱਤਾ ਜਾਂਦਾ ਸਰਕਾਰ ਨੂੰ, ਸਰਕਾਰ ਦਾ ਮਤਲਬ ਹੈ ਇਨਵੈਸਟੀਗੇਸ਼ਨ ਕਰਨ, ਮਤਲਬ ਉਹਦਾ ਡੀਐਨਏ ਟੈਸਟ ਕਰਨ, ਡੀਐਨਏ ਲੈ ਕੇ ਮੈਚ ਕਰਨ, ਕਿੱਥੋਂ ਆਇਆ ਕਿੱਥੋਂ ਆਏ। ਅੱਜ ਕੱਲ ਆਧਾਰ ਕਾਰਡ ਦੇ ਰਾਹੀਂ ਤੁਹਾਨੂੰ ਡੀਐਨਏ ਰਾਹੀਂ ਤੁਸੀਂ ਹਰ ਬੰਦੇ ਦਾ ਪਤਾ ਕਰਾ ਸਕਦੇ ਹੋ, ਪਰ ਨਹੀਂ, ਉਹਨਾਂ ਨੇ ਕੀਤਾ 2 ਦਿਨਾਂ ਦੇ ਅੰਦਰ ਸੰਸਕਾਰ ਕਰਤਾ। ਤੇ ਬਿਆਨ ਕੀ ਆਇਆ ਕਮਿਸ਼ਨਰ ਦਾ? ਬਿਆਨ ਕੀ ਆਇਆ ਕਮਿਸ਼ਨਰ ਦਾ ਕਿ ਅਸੀਂ ਇਸ਼ਤਿਹਾਰ 'ਚ ਕੱਢਿਆ ਸੀ। ਕਿਤੇ ਇਸ਼ਤਿਹਾਰ 'ਚ ਪੜਿਆ? ਜੇ ਇਸ਼ਤਿਹਾਰ 'ਚ ਕੱਢਿਆ ਸੀ ਤਾਂ ਘੱਟ ਤੋਂ ਘੱਟ 15 ਦਿਨ ਦਾ ਨੋਟਿਸ ਤਾਂ ਦਿਓ ਕਿ 15 ਦਿਨਾਂ ਦੇ ਅੰਦਰ ਅੰਦਰ ਸਾਨੂੰ ਦੱਸੋ ਉਹ ਕੌਣ ਹੈ। 4 ਦਿਨਾਂ ਦੇ ਅੰਦਰ ਕਹਿੰਦੇ ਇਸ਼ਤਿਹਾਰ ਵੀ ਕੱਢਤਾ ਤੇ ਉਹਦਾ ਸੰਸਕਾਰ ਵੀ ਕਰਤਾ ਕਿ ਸਾਰੇ ਸਬੂਤ ਬੰਦ। ਤੇ ਕਹਿੰਦੇ ਤੇ ਹੋਮ ਮਿਨਿਸਟਰ ਦੇ ਚੰਨੀਆਂ ਕਿ ਇੱਥੇ ਬਿਆਨ ਦਿੰਦੇ ਆ ਕਿ 48 ਘੰਟਿਆਂ 'ਚ ਅਸੀਂ ਦੋਸ਼ੀ ਲੱਭ ਦਵਾਂਗੇ। ਉਹਦੇ ਬਾਅਦ ਬੋਲੇ ਹੀ ਨਹੀਂ। ਤੇ ਕਮੇਟੀ ਬਣਾਈ, ਐਸਆਈਟੀ ਬਣਾਈ ਡੀਐਸਪੀ ਦੇ ਥੱਲੇ, ਡੀਐਸਪੀ ਦੇ ਥੱਲੇ। ਆਹ ਦੇਖੋ ਇਹਨਾਂ ਦੀ ਸੋਚ ਕੀ ਹੈ, ਆ ਕਾਂਗਰਸ ਦੀ ਸੋਚ ਕੀ ਹੈ। ਡੀਐਸਪੀ ਦੇ ਥੱਲੇ ਕਮੇਟੀ ਬਣਾਈ ਲੱਭਣ ਨੂੰ। ਇਹ ਤੋਂ ਮਾੜੀ, ਇਹ ਤੋਂ 24 ਘੰਟੇ ਇੱਕੋ ਇੱਕ ਇਹਨਾਂ ਦੀ ਏਮ ਹੈ ਕਿ ਕੌਮ ਨੂੰ ਕਮਜ਼ੋਰ ਕੀਤਾ ਜਾਏ। ਖਾਲਸਾ ਜੀ, ਅੱਜ ਆਪਾਂ ਸਾਰੇ ਇਕੱਠੇ ਹੋਏ ਆ, ਫੈਸਲਾ ਤੁਹਾਡੇ ਹੱਥ 'ਚ ਹੈ। ਦੇਖੋ ਇਹ ਜੀਆਂ ਘਟਨਾ ਹੋਈਆਂ ਆਪਾਂ ਬੜਾ ਲਾਈਟਲੀ ਲੈ ਰਹੇ, ਅੱਖਾਂ ਮੀਚ ਕੇ ਬੈਠੇ ਆ। ਜਿਵੇਂ ਕਹਿੰਦਾ ਕਬੂਤਰ ਬੈਠਾ ਤੇ ਅੱਖਾਂ ਮੀਚ ਕੇ ਤੇ ਬਿੱਲੀ ਆ ਜਾਂਦੀ ਹੈ, ਦੇਖਦਾ ਨਹੀਂ, ਹੁਣ ਖਾ ਜਾਂਦੀ ਹੈ। ਹੁਣ ਜਿਹੜਾ ਕੀ ਹੋ ਕੀ ਰਿਹਾ ਤੁਹਾਡੇ ਤੇ ਵਾਰ ਹੋ ਰਿਹਾ, ਤੁਹਾਡੇ ਤੇ ਹਮਲੇ ਹੋ ਰਹੇ ਆ, ਤੁਸੀਂ ਅੱਖਾਂ ਮੀਚ ਕੇ ਬੈਠੇ ਹੋ। ਮੈਂ ਤੁਹਾਨੂੰ ਇੱਕੋ ਇੱਕ ਐਗਜ਼ਾਮਪਲ ਦੇਣਾ ਚਾਹਣਾ। ਦੇਖੋ ਬੀਜੇਪੀ ਦੀ ਲੀਡਰਸ਼ਿਪ ਨੇ ਬਾਬਰੀ ਮਸਜਿਦ ਤੇ ਹਮਲਾ ਕਰਕੇ ਢਾਇਆ ਕਿ ਨਹੀਂ? ਹਿੰਦੁਸਤਾਨ 'ਚ ਜਿੰਨੇ ਇਲੈਕਸ਼ਨ ਹੋਏ ਐ, ਇੱਕ ਮੁਸਲਮਾਨ ਨੇ ਭਾਈ ਨੇ ਬੀਜੇਪੀ ਨੂੰ ਨਹੀਂ ਵੋਟ ਪਾਈ ਤੇ ਨਾ ਕੋਈ ਉਹਦੇ ਸ਼ਾਮਲ ਹੋਇਆ। ਦੇਖੋ ਕਿੰਨੇ ਸਾਲ ਹੋ ਗਏ, ਇੱਕ ਨੇ। ਆਪਣੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੈ, ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਘੱਟ ਤੋਂ ਘੱਟ 1000 ਗੁਰੂ ਘਰਾਂ ਨੂੰ ਅਗਨੀ ਭੇਂਟ ਕੀਤਾ ਪੂਰੇ ਦੇਸ਼ ਵਿੱਚ, ਹਜ਼ਾਰਾਂ ਲੱਖਾਂ ਭੈਣ ਭਰਾਵਾਂ ਨੂੰ ਘਰੋਂ ਕੱਢਿਆ, ਪਰਿਵਾਰ ਉੱਜੜ ਗਏ। ਤੇ ਆਪਾਂ ਫਿਰ ਵੀ ਵੋਟ ਪਾਉਣੇ ਆ ਉਸ ਪਾਰਟੀ ਨੂੰ। ਫਿਰ ਮੈਂ ਕੀ ਕਹਿ ਸਕਦਾ? ਆਪਣੇ ਮਨ 'ਚ ਸੋਚੋ ਕਿ ਬਾਰ-ਬਾਰ ਤੁਸੀਂ ਕਾਂਗਰਸ ਨੂੰ ਵੋਟ ਪਾਈ ਜਾਂਦੇ ਹੋ ਜਿਹਨੇ ਸਾਰਾ ਕੁਝ ਕੀਤਾ ਹੈ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਨਸਾਫ ਮਿਲੇ। ਕੌਣ ਦਊਗਾ ਤੁਹਾਨੂੰ ਇਨਸਾਫ? ਉਹਨੂੰ ਪਤਾ ਤੇ ਆ ਤੱਕ ਹੁਣ ਤੁਹਾਡੇ ਸਾਹਮਣੇ ਹੈ। ਮੈਂ ਹੈਰਾਨ ਹੈ, ਬੀਜੇਪੀ ਦੀ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ, 800 ਸ਼ਹੀਦ ਹੋ ਗਏ, ਪੂਰਾ ਪੰਜਾਬ ਉੱਥੇ ਉਹਦੇ ਆਇਆ, ਤੇ ਕਾਲੇ ਕਾਨੂੰਨ ਵਾਪਸ ਹੋ ਗਏ। ਤੇ ਹੁਣ ਧੜਾ ਧੜ ਆਪਣੇ ਕੌਮ ਦੇ ਬੰਦੇ ਬੀਜੇਪੀ ਜਿੰਦਾਬਾਦ ਕਰਕੇ ਸ਼ਾਮਲ ਹੋ ਰਹੇ ਹੈ। ਉਹਨਾਂ ਦਾ ਕੀ ਕਰਨਾ ਚਾਹੀਦਾ? ਕਿ ਆਪਣੇ ਕੌਮ, ਫਿਰ ਲੋਕੀ ਕੀ ਕਹਿਣਗੇ? ਹੁਣ ਜਿਹੜੇ ਲੋਕ ਦੇਖੋ, ਮੈਂ ਕਿਸਾਨ ਜਥੇਬੰਦੀਆਂ ਨੂੰ, ਬਲਬੀਰ ਰਾਜੇਵਾਲ ਨੂੰ ਵੀ ਪੁੱਛਣਾ ਚਾਹਣਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਤੋਂ ਪਾਸੇ ਹੋ ਗਏ, ਨਾਤਾ ਤੋੜਦਾ, 40 ਸਾਲ ਮਿਨਿਸਟਰੀ ਹੋਏ, ਪਰ ਸਾਡਾ ਤਾਂ ਘੇਰਾ ਪਾਉਂਦੇ ਰਹੇ। ਪਰ ਹੁਣ ਬੀਜੇਪੀ ਦੇ ਜੁੜੀ ਜਾਂਦੇ ਆ। ਕਿਤੇ ਬਿਆਨ ਆਇਆ ਇੱਕ? ਜਦੋਂ ਦਰਬਾਰ ਸਾਹਿਬ ਤੇ ਹਮਲਾ ਟੈਂਕਾਂ ਤੋਪਾਂ ਨਾਲ ਕੀਤਾ, ਉਦੋਂ ਦੇਸ਼ ਵਿੱਚ ਇੱਕ ਸਿੱਖ ਰਾਸ਼ਟਰਪਤੀ ਸੀ, ਗਿਆਨੀ ਜ਼ੈਲ ਸਿੰਘ। ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨੇ ਅਸਤੀਫਾ ਨਹੀਂ ਦਿੱਤਾ। ਹੋਮ ਮਿਨਿਸਟਰ ਬੂਟਾ ਸਿੰਘ ਸੀ, ਸਰਦਾਰ ਬੂਟਾ ਸਿੰਘ, ਉਹ ਵੀ ਸਿੱਖ, ਉਹਨੇ ਕੋਈ ਅਸਤੀਫਾ ਨਹੀਂ ਦਿੱਤਾ। ਉਹਨਾਂ ਬਾਰੇ ਆਪਾਂ ਕੀ ਕਰਦੇ ਆ? ਕੁਛ ਨਹੀਂ।
ਤੇ ਫਿਰ ਆਪਾਂ ਕਹਿੰਦੇ ਆ ਕੌਮ ਦੀ ਚੜ੍ਹਦੀ ਕਲਾ ਹੋਏ। ਜੇ ਕੌਮ ਦੀ ਚੜ੍ਹਦੀ ਕਲਾ ਕਰਾਉਣ ਵਾਲੀ ਤਾਂ ਕੌਮ ਹੈ। ਹੁਣ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਹੁਣ ਅੱਜ ਹੋ ਕੀ ਰਿਹਾ? ਸਾਰੀਆਂ ਹੀ ਤਾਕਤਾਂ ਹੁਣ ਆਮ ਆਦਮੀ ਪਾਰਟੀ ਹੈ। ਗੁਰਦੁਆਰਾ ਸੀਸਗੰਜ ਸਾਹਿਬ ਪਿਆਉ ਸਾਹਿਬ ਦਾ ਢਾਤਾ ਇਹਨਾਂ ਨੇ, ਕੋਈ ਬੋਲਿਆ? ਇੱਥੇ ਆ ਕੇ ਕਹਿੰਦੇ ਆਪਣੀ ਸਾਨੂੰ ਵੋਟ ਦਿਓ, ਆਪਾਂ ਧੜਾ ਧੜ ਵੋਟ ਦੇਵਾਂਗੇ। ਤਿੰਨ ਤਾਕਤਾਂ ਲੱਗੀਆਂ, ਤਿੰਨ ਤਾਕਤਾਂ ਸੈਂਟਰ ਦੀਆਂ। ਸੈਂਟਰ ਸਰਕਾਰ ਬੀਜੇਪੀ, ਕਾਂਗਰਸ ਦੀ ਜਿਹਨੇ ਟੈਂਕਾਂ ਤੋਂ ਦਰਬਾਰ ਸਾਹਿਬ ਟੋੜਿਆ, ਆਮ ਆਦਮੀ ਪਾਰਟੀ ਜਿਹਨੇ ਗੁਰਦੁਆਰਾ ਸੀਸ ਸਾਹਿਬ ਪਿਓ ਸਾਹਿਬ ਢਾਇਆ। ਤੁਹਾਡੀ ਕੱਲੀ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਹੁਣ ਹੱਥ ਤੁਹਾਡੇ ਹੈ। ਜੇ ਕਮਜ਼ੋਰ ਕਰਨਾ ਹੈ ਪੰਜਾਬ ਦੀ ਆਵਾਜ਼, ਕੌਮ ਦੀ ਆਵਾਜ਼ ਨੂੰ ਕਮਜ਼ੋਰ ਕਰਨਾ ਹੈ, ਤੁਹਾਡੇ ਹੱਥ 'ਚ। ਫਿਰ ਬਾਅਦ 'ਚ ਨਾ ਕਿਉਂ, ਕਿਉਂਕਿ ਦੋਸ਼ੀ ਕੌਮ ਹੋਣੀ ਹੈ ਜੇ ਤੁਸੀਂ ਗਲਤ ਫੈਸਲਾ ਲਿੱਤਾ। ਕਿਉਂਕਿ ਤੁਹਾਡੇ ਕੋਲੇ ਤਾਕਤ ਹੈ, ਵੋਟ ਦੀ ਤਾਕਤ। ਜੇ ਆਪਾਂ ਇਕੱਠੇ ਹੀ ਨਹੀਂ ਹੋਣਾ, ਇਕੱਠੇ ਹੀ ਨਹੀਂ ਹੋਣਾ, ਜੇ ਇਕੱਠੇ ਹੀ ਨਹੀਂ ਹੋਣਾ ਤੇ ਫਿਰ ਆਪਾਂ ਕੀ ਦੂਜਿਆਂ ਨੂੰ ਕੀ ਆਪਾਂ ਕਹਿ ਸਕਦੇ ਹਾਂ? ਦੂਜਿਆਂ ਨੂੰ ਕਿਵੇਂ ਲਾਲਤ ਦਿਲਾ ਸਕਦੇ ਹਾਂ? ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆਉਂਦੀ ਹੈ। ਤੁਸੀਂ ਦੇਖੋ ਜਿੰਨੇ ਆਪਣੇ ਵਿਰਸਾ, ਸਿੱਖ ਕੌਮ ਦਾ ਵਿਰਸਾ ਸੰਭਾਲਿਆ ਕਿਹਨੇ? ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ। ਕਿਤੇ ਕਾਂਗਰਸ ਨੇ ਇੱਕ ਚੀਜ਼ ਬਣਾਈ ਆਪਣੀ ਵਿਰਸੇ ਦੀ? ਵਿਰਾਸਤ-ਏ ਖਾਲਸਾ ਤੋਂ ਲੈ ਕੇ ਵੱਡੇ ਘੱਲੂਘਾਰਾਂ ਦੀ ਯਾਦਗਾਰ, ਛੋਟੇ ਘੱਲੂਘਾਰ ਦੀ ਯਾਦਗਾਰ, ਤੁਸੀਂ ਦੇਖ ਲਓ ਕਿੰਨਾ ਕੁਛ। ਦੂਜੀ ਵੱਡੀ ਗੱਲ ਹੋਰ ਦੱਸਣਾ ਚਾਹੁੰਦਾ, ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪਏ ਹੈ, ਜਿਹੜੇ ਜਿਹੜੇ ਸ਼ਹਿਰ ਪਏ ਹੈ, ਬਾਦਲ ਸਾਹਿਬ ਨੇ ਉਹ ਸ਼ਹਿਰਾਂ ਨੂੰ ਖੂਬਸੂਰਤ ਬਣਾਤਾ ਕਰੋੜਾਂ ਰੁਪਏ ਲਾ ਕੇ। ਸ਼੍ਰੀ ਅਨੰਦਪੁਰ ਸਾਹਿਬ, ਆਪਣੇ ਤਖਤ ਸਾਹਿਬ, ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਹਾਲਤ ਕੀ ਸੀ? ਟੋਏ ਸੀ, ਉੱਥੇ ਤੁਸੀਂ ਤੁਰ ਨਹੀਂ ਸਕਦੇ ਸੀ। ਸਾਰੇ ਸ਼ਹਿਰ ਨੂੰ ਕਰੋੜਾਂ ਰੁਪਏ ਲਾ ਕੇ ਪੰਥ ਦੀ ਸਰਕਾਰ ਨੇ ਖੂਬਸੂਰਤ ਬਣਾਇਆ। ਕਰੋੜਾਂ ਰੁਪਏ ਲਾਏ, ਘਰ ਘਰ ਨੂੰ ਵਾਈਟ ਵਾਸ਼ ਕਰਕੇ ਰੱਖਿਆ। ਤੇ ਕਾਂਗਰਸ ਆਉਂਦੀ ਹੈ, ਕੁਛ ਨਹੀਂ ਕਰਦੀ। ਤਲਵੰਡੀ ਤੱਕ, ਸ਼੍ਰੀ ਤਲਵੰਡੀ ਸਾਹਿਬ ਜਾਗੋ, ਸੜਕ ਤੇ ਤੁਸੀਂ ਪੈਰ ਨਹੀਂ ਪਾ ਸਕਦੇ ਸੀ, ਇੰਨੀ ਟੁੱਟੀ ਹੁੰਦੀ ਸੀ। ਤੇ ਬਾਦਲ ਸਾਹਿਬ ਨੇ ਆ ਕੇ, ਤੇ ਅਸੀਂ ਐਡੀ ਛੋਟੀ ਛੋਟੀ ਹੈ ਤਲਵੰਡੀ ਸਾਹਿਬ ਨੂੰ ਸ਼੍ਰੀ ਤਲਵੰਡੀ, ਜਿਹਨੇ ਤਖਤ ਸਾਹਿਬ ਦੇ ਨਾਲ ਜਿੱਥੇ ਗੁਰੂ ਸਾਹਿਬ ਗਿਆ, ਨਾਮ ਵੀ ਸ਼੍ਰੀ ਜੋੜਿਆ। ਦੇਖੋ ਸੋਚ ਕਾਂਗਰਸੀ ਕਰਦੇ ਆ ਜਾਂ ਕੋਈ ਆਮ ਆਦਮੀ ਪਾਰਟੀ ਨੇ ਕਰਨਾ ਹੈ? ਕੇਜਰੀਵਾਲ ਕਰੂਗਾ? ਹੁਣ ਪੰਜਾਬ 'ਚ ਆ ਕੇ ਹੁਣ ਜੇ ਆਪਣੇ ਘਰ 'ਚ ਹੀ ਕੋਈ ਹੋਰ ਕਿਸੇ ਨੂੰ ਤੁਸੀਂ ਬਾਗਡੋਰ ਦਵਾਉਣੀ ਹੈ, ਫਿਰ ਤੁਹਾਡੇ ਹੱਥ 'ਚ ਹੈ। ਜੇ ਤੁਸੀਂ ਹੋਰ ਕਿਸੇ ਨੂੰ ਦੇਣੀ ਹੈ, ਜੋ ਸੇਵਾ, ਜੋ ਦਿਲੋਂ ਸੇਵਾ ਕੌਮ ਦੀ, ਪੰਥ ਦੀ, ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਹੈ ਹੀ ਪੰਥ ਦੀ ਜਥੇਬੰਦੀ। ਜਿਹੜੀ ਸੋਚ ਹੈ, ਸਭ ਤੋਂ ਵੱਡੀ ਸੋਚ ਸਿੱਖ ਪੰਥ ਦੀ ਸੈਕੂਲਰਿਜ਼ਮ ਹੈ। ਸੈਕੂਲਰਿਜ਼ਮ ਹੈ। ਸਾਰੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ। ਸੈਕੂਲਰਿਜ਼ਮ ਹੈ, ਸਰਬੱਤ ਦੇ ਭਲੇ ਦੀ ਸੋਚ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਆਪ ਬਣਾਏ, ਖਜ਼ਾਨੇ ਤੋਂ ਬਣਾਏ। ਘੱਟ ਤੋਂ ਘੱਟ 1000 ਕਰੋੜ ਲਾਇਆ ਹੋਣਾ ਸਾਰੇ ਧਰਮ ਸਥਾਨ ਨੂੰ ਬਣਾਉਣ, ਖੂਬਸੂਰਤ ਬਣਾਉਣ ਨੂੰ। ਇੱਕ ਇੱਟ ਨਹੀਂ ਲਾਈ, ਨਾ ਕਾਂਗਰਸ ਨੇ ਨਾ ਕਿਸੇ ਨੇ, ਕਿਉਂਕਿ ਸੋਚ ਸਾਡੀ ਸੈਕੂਲਰ ਹੈ, ਅਮਨ ਸ਼ਾਂਤੀ ਦੀ, ਭਾਈਚਾਰਕ ਸਾਂਝ ਦੀ ਸੋਚ ਹੈ। ਪਰ ਜੇ ਆਪਾਂ, ਮੈਂ ਆਪ ਹੀ ਹੁਣ ਸਾਰੀ ਸੰਗਤ ਨੂੰ ਕਹਿਣਾ ਚਾਹਣਾ, ਜਿਵੇਂ ਐਜੀਪੀਸੀ ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ, ਜੇ ਤੁਸੀਂ ਨਹੀਂ ਇਕੱਠੇ ਹੋਵੋਗੇ, ਜੇ ਤੁਸੀਂ ਇੱਕ ਝੰਡੇ ਥੱਲੇ ਨਹੀਂ ਇਕੱਠੇ ਹੋਵੋਗੇ, ਜੇ ਤੁਸੀਂ ਨਹੀਂ ਪਛਾਣੋਗੇ ਕਿ ਆਪਣੇ ਕੌਣ ਹੈ ਤੇ ਪਰਾਏ ਕੌਣ ਹੈ, ਫਿਰ ਨੁਕਸਾਨ ਕੌਮ ਦਾ ਵੀ ਹੋਊਗਾ ਤੇ ਆਪਣੇ ਸਾਰਿਆਂ ਦਾ ਹੋਊਗਾ। ਹੁਣ ਅੱਜ ਆਪਾਂ ਬੇਅਦਬੀਆਂ ਕਿਉਂ ਹੋ ਰਹੀਆਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੌਮ ਤਾਂ ਖੇਰੂ ਹੈ। ਆ ਜਿਹੜੇ ਉਦੋਂ ਮੰਡ ਸਾਹਿਬ ਸੀ, ਜਿਹੜੇ ਬਣਾਏ ਗਏ ਸੀ ਜਥੇਦਾਰ ਅਕਾਲ ਤਖਤ, ਆਪਣੇ ਜਥੇਦਾਰ ਬਣਾਏ ਗਏ ਮੰਡ ਸਾਹਿਬ, ਇੱਥੇ ਬੇਅਦਬੀ ਹੋਈ, ਕੋਈ ਬੋਲੇ? ਉਹ ਦਾਦੂਵਾਲ ਸਾਹਿਬ ਦੀ ਮੈਂ ਕੱਲ ਫੋਟੋ ਦੇਖੀ, ਬੀਜੇਪੀ ਨਾਲ ਹੁਣ ਸਮਝੌਤਾ ਕਰਕੇ ਉੱਥੇ ਇਲੈਕਸ਼ਨ ਲੜ ਰਿਹਾ, ਉਹ ਨਾਲ ਸੀ ਢੀਂਡਸਾ ਸਾਹਿਬ ਦੇ ਨਾਲ ਕੱਲ, ਤੇ ਉੱਥੇ ਕਾਂਜਲਾ ਵੀ ਗਿਆ। ਹੁਣ ਜਿਹੜੇ ਉਹ ਲੋਕ ਜਿਹੜੇ ਉਦੋਂ ਕਹਿੰਦੇ ਸੀ ਬੜੇ ਅਸੀਂ
सिक्खी की लड़ाई लड़ रहे हैं मंड साहब ते दादूवाल, हुण किधर है? किते बोले इन्नी उन्होंने निशाना ही उदों ही सी कि उदों अकाली दल की पंथ की सरकार सी कि उदों बदनाम करना, क्योंकि उन्होंने निशाना ही अपने खिलाफ सी। हुण इन्ने साल 5 साल जे कांग्रेस ने कुछ नहीं किया, उन्होंने कुछ नहीं बोले, ना बोलना उन्होंने, ना हुण बेअदबी हुई, ना उन्होंने आवाज नहीं उठाई, ते अपने आप नूं वड्डे दिखाउंदे हैं कि असीं पंथ दे हैं। इस करके अज सारी पंथक शख्सियत महापुरख सारे इत्थे बैठे है, सिंह साहब जसदार अकाल तख्त साहब भी बैठे है, उन्होंने की गवाही हटे कौम कट्ठी है, सारी साडी सुप्रीम अथॉरिटी है। ते जे अज नहीं जागांगे फिर मैं तो परमात्मा के चरणों च अरदास बेनती करदा है कि अपनी कौम नूं हिम्मत देन। असीं तो लड़ना ही लड़ना है, भावें सिर वड्डिया जाए, इस इन्हां नाल लड़ाईआं लड़ांगे। किसे हालत श्रोमणी अकाली दल नहीं पिछे हटेगी। असीं तां दोषियां नूं, जिहड़े पंथ दे दुश्मनां नूं दे खिलाफ लड़ाई असीं तां लड़दे रहांगे, अखीरले दम तक लड़दे रहांगे। इन्ना ही कह के मैं अखीर च कहना चाहना है, कट्ठे हो जो, अज लोड़ है, थोड़ी अपनी शक्ति दिखाओ। वाहिगुरू जी का खालसा, वाहिगुरू जी की फतेह।